मैं डॉक्टर सिमरनजीत कौर पुट्टर ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ ਦੀ ਕਵਿਤਾ ਵਗਦੇ ਪਾਣੀ ਸਾਂਝੀ ਕਰਨ ਜਾ ਰਹੀ ਹਾਂ। ਇਸ ਕਵਿਤਾ ਦੇ ਵਿੱਚ ਕਵੀ ਨੇ ਪਾਣੀ ਦੇ ਵਹਾਅ ਦੀ ਤਰ੍ਹਾਂ ਜ਼ਿੰਦਗੀ ਦੀ ਚਾਲ ਨੂੰ ਦੱਸਿਆ ਹੈ कि किस तरह जिस तरह पानी का वहाव अपनी तेजी नाल चलता है, इस तरह जिंदगी जिहड़ी आ अपने दुखों सुखों ते संघर्षों के नाल लगातार चलती जाती है ते सानू भी इस जिंदगी के वहाव नूं उसे तेजी के नाल चलाउंदे रहना चाहिए है ते बुलंदियां नूं छूंहदे रहना चाहिए है। ये सुनेहा देण दी कवि ने कोशिश की है। ਤੇ आओ सुनते हैं डॉक्टर ਦੀਵਾਨ ਸਿੰਘ ਕਾਲੇ पानी की जिंदगी के बारे में कुछ गल्लां ते कविता वगदे पानी। प्यारे बच्चों, अज मैं तुहाडे नाल डॉक्टर ਦੀਵਾਨ ਸਿੰਘ ਕਾਲੇ पानी जी की कविता वगदे पानी साझी करन जा रही हाँ। इस तो पहला कि असीं वगदे पानी कविता का उचारण शुरू करिए, डॉक्टर ਦੀਵਾਨ ਸਿੰਘ ਕਾਲੇ पानी जी की जिंदगी के बारे में कुछ जान लईए। डॉक्टर ਦੀਵਾਨ ਸਿੰਘ ਕਾਲੇ ਪਾਣੀ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜ਼ਿਕਰਯੋਗ ਸਥਾਨ ਹੈ। ਆਪ ਦਾ ਜਨਮ 22 ਮਈ 1897 ਈਸਵੀ ਨੂੰ ਪਿਤਾ ਸਰਦਾਰ ਸੁੰਦਰ ਸਿੰਘ ਢਿੱਲੋਂ, ਮਾਤਾ ਸ਼੍ਰੀਮਤੀ ਇੰਦਰ ਕੌਰ ਦੀ ਕੁੱਖੋਂ ਪਿੰਡ ਗਲੋਟੀਆ ਖੁਰਦ, ਜ਼ਿਲ੍ਹਾ ਸਿਆਲਕੋਟ, ਜਿਹੜਾ ਕਿ ਹੁਣ ਪਾਕਿਸਤਾਨ ਹੈ, ਵਿੱਚ ਵਿਖੇ ਹੋਇਆ। ਆਪ ਨੇ ਮੈਡੀਕਲ ਕਾਲਜ ਆਗਰਾ ਤੋਂ ਮੈਡੀਕਲ ਡਿਗਰੀ ਹਾਸਲ ਕੀਤੀ। ਉਹਨਾਂ ਨੇ ਫੌਜ ਵਿੱਚ ਬਤੌਰ ਡਾਕਟਰ ਨੌਕਰੀ ਕੀਤੀ। ਆਪਣੇ ਜੀਵਨ ਦੇ ਅੰਤਮ ਵਰ੍ਹਿਆਂ ਵਿੱਚ ਉਹਨਾਂ ਦੀ ਬਦਲੀ ਅੰਡੇਮਾਨ ਟਾਪੂਆਂ ਵਿੱਚ ਹੋ ਗਈ ਸੀ। ਇਸ ਜਗ੍ਹਾ ਨੂੰ ਉਸ ਸਮੇਂ ਕਾਲੇ ਪਾਣੀ ਕਿਹਾ ਜਾਂਦਾ ਸੀ। ਇਸ ਤੋਂ ਹੀ ਡਾਕਟਰ ਦੀਵਾਨ ਸਿੰਘ ਦਾ ਨਾਂ ਨਾਲ ਕਾਲੇ ਪਾਣੀ ਉਪਨਾਮ ਜੁੜ ਗਿਆ। ਇੱਥੇ ਹੀ ਜਾਪਾਨੀਆਂ ਦਾ ਕਬਜ਼ਾ ਹੋ ਜਾਣ 'ਤੇ ਜਾਪਾਨੀਆਂ ਨੇ ਉਹਨਾਂ ਨੂੰ ਅੰਗਰੇਜ਼ਾਂ ਦਾ ਪੱਖੀ ਹੋਣ ਦੇ ਸ਼ੱਕ ਵਿੱਚ ਤਸੀਹੇ ਦੇ ਕੇ 14 ਜਨਵਰੀ 1944 ਨੂੰ ਸ਼ਹੀਦ ਕਰ ਦਿੱਤਾ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਵਾਰਤਕ ਰਚਨਾ ਵੀ ਕੀਤੀ, ਪਰ ਉਹਨਾਂ ਦੀ ਪਹਿਚਾਣ ਇੱਕ ਕਵੀ ਵਜੋਂ ਬਣੀ। ਉਹਨਾਂ ਨੇ ਪੰਜਾਬੀ ਕਾਵਿ ਖੇਤਰ ਵਿੱਚ 3 ਕਾਵਿ ਸੰਗ੍ਰਹਿ ਵਗਦੇ ਪਾਣੀ, ਅੰਤਮ ਲਹਿਰਾਂ ਤੇ ਮਲਿਆਂ ਦੇ ਬੇਰ ਮਿਲਦੇ ਹਨ। ਪਿਛਲੇ 2 ਕਾਵਿ ਸੰਗ੍ਰਹਿ ਉਹਨਾਂ ਦੇ ਦੇਹਾਂਤ ਉਪਰੰਤ ਛਪੇ ਹਨ। ਇਹ ਜਿਹੜੀ ਕਵਿਤਾ ਵਾ ਵਗਦੇ ਪਾਣੀ, ਇਸ ਵਿੱਚ ਉਹਨਾਂ ਨੇ ਕਿਹਾ ਕਿ ਗਤੀਸ਼ੀਲ ਹੋ ਕੇ ਜੀਵਨ ਜਿਉਣ ਦੀ ਇੱਛਾ ਜਿਹੜੀ ਉਹ ਰੱਖਣੀ ਚਾਹੀਦੀ ਆ। ਕਵੀ ਨੇ ਇਸ ਕਵਿਤਾ ਰਾਹੀਂ ਪ੍ਰਤੀਕਾਤਮਿਕ ਢੰਗ ਨਾਲ ਮਨੁੱਖ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। ਇੱਕ ਪ੍ਰੇਰਨਾਦਾਇਕ ਜਿਹੜੀ ਇਹ ਕਵਿਤਾ ਵਾ, ਮਨੁੱਖ ਨੂੰ ਇੱਕ ਪਾਣੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਹਾਅ ਨੂੰ ਅੱਗੇ ਤੋਰਨਾ ਚਾਹੀਦਾ ਹੈ। ਇਹ ਸੁਨੇਹਾ ਉਹਨਾਂ ਨੇ ਦੇਣ ਦਾ ਇਸ ਕਵਿਤਾ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਤੇ ਆਓ ਬੱਚਿਓ, ਵਗਦੇ ਪਾਣੀ ਕਵਿਤਾ ਜਿਹੜੀ ਆ ਉਹਨੂੰ ਅਸੀਂ ਪ੍ਰਸੰਗ ਸਹਿਤ ਵਿਆਖਿਆ ਉਹਦੀ ਕਰਦੇ ਹਾਂ। ਤੇ ਇਸ ਤੋਂ ਪਹਿਲਾਂ ਕਿ ਪ੍ਰਸੰਗ ਸਹਿਤ ਵਿਆਖਿਆ ਸ਼ੁਰੂ ਕਰੀਏ, ਵਗਦੇ ਪਾਣੀ ਜਿਹੜੀ ਆ ਕਵਿਤਾ ਵਾ, ਪਹਿਲਾਂ ਉਸ ਦਾ ਉਚਾਰਨ ਕਰ ਲਈਏ। ਮੇਰਾ ਇਹੋ ਹੀ ਤਰੀਕਾ ਕਿ ਜਦੋਂ ਵੀ ਕਿਸੇ ਕਵਿਤਾ ਦੇ ਸਰਲ ਅਰਥ ਸ਼ੁਰੂ ਕਰਦੇ ਹਾਂ, ਪਹਿਲੋਂ ਉਸ ਕਵਿਤਾ ਨੂੰ ਸਮਝਣ ਦੇ ਵਾਸਤੇ ਸਾਰੀ ਕਵਿਤਾ ਨੂੰ ਪੜ੍ਹ ਲੈਂਦੇ ਹਾਂ। ਅਤੇ ਉਹ ਪੜ੍ਹਦੇ ਹਾਂ। ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ, ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ। ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜੀਂਦੀਆਂ ਨੇ, ਵਿਛੜੀਆਂ ਮਰਦੀਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ। ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ। ਤੇ ਮੈਂ ਟੁਰਦਾ ਹੀ ਰਹਾਂ ਕਿ ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਦਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾਂ। ਪਿਆਰੇ ਬੱਚਿਓ, ਅਸੀਂ ਇਹ ਕਵਿਤਾ ਦਾ ਉਚਾਰਨ ਕੀਤਾ ਤੇ ਹੁਣ ਇਸ ਦੇ ਪ੍ਰਸੰਗ ਸਹਿਤ ਵਿਆਖਿਆ ਆਪਾਂ ਸ਼ੁਰੂ ਕਰਨੇ ਆ। ਸਭ ਤੋਂ ਪਹਿਲਾ ਕਾਵਿ ਟੋਟਾ ਵੇਖੋ। ਪਾਣੀ ਵਗਦੇ ਹੀ ਰਹਿਣ, ਵਗਦੇ ਸੌਂਦੇ ਨੇ, ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ।
ਇਹ ਕਾਵਿ ਟੋਟਾ ਜਿਹੜਾ ਵਾ ਸਾਡੀ ਪਾਠ ਪੁਸਤਕ ਵਿੱਚ ਦਰਜ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਪਾਣੀ ਦੇ ਨਿਰੰਤਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ ਕਿ ਜਿਸ ਤਰ੍ਹਾਂ ਪਾਣੀ ਲਗਾਤਾਰ ਚੱਲਦਾ ਰਹਿੰਦਾ ਹੈ, ਇਸੇ ਤਰ੍ਹਾਂ ਜ਼ਿੰਦਗੀ ਵੀ ਲਗਾਤਾਰ ਚੱਲਦੀ ਰਹਿੰਦੀ ਹੈ, ਕਿਉਂਕਿ ਉਹ ਇਸ ਦੀ ਨਿਰੰਤਰਤਾ ਵਿੱਚ ਵੀ ਇਸ ਦੀ ਤਾਜ਼ਗੀ ਅਤੇ ਵਿਕਾਸ ਦੇਖਦਾ ਹੈ। ਇਹ ਪ੍ਰਸੰਗ, ਜਦੋਂ ਵੀ ਤੁਸੀਂ ਪ੍ਰਸੰਗ ਲਿਖਣਾ, ਕਵੀ ਦਾ ਨਾਂ, ਕਿਤਾਬ ਦਾ ਨਾਂ ਅਤੇ ਕਵਿਤਾ ਦੇ ਨਾਂ ਨੂੰ ਕੌਮਿਆਂ ਵਿੱਚ ਹੀ ਲਿਖਣਾ ਹੈ। ਅੱਗੇ ਵੇਖੋ ਇਹਦੇ ਸਰਲ ਅਰਥ ਆ। ਕਵੀ ਇੱਛਾ ਕਰਦਾ ਹੈ ਕਿ ਜ਼ਿੰਦਗੀ ਦੇ ਪਾਣੀ ਹਮੇਸ਼ਾ ਵਗਦੇ ਹੀ ਰਹਿਣੇ ਚਾਹੀਦੇ ਹਨ, ਕਿਉਂਕਿ ਇਹ ਵਗਦੇ ਹੀ ਸੋਹਣੇ ਲੱਗਦੇ ਹਨ। ਸੋਹੰਦੇ ਦਾ ਮਤਲਬ ਹੁੰਦਾ ਬੱਚਿਓ ਸੋਹਣੇ ਲੱਗਣਾ। ਜਿੱਦਾਂ ਸੋਹੰਦੇ ਸ਼ਬਦ ਹੈ ਵਿੱਚ ਉਹਦਾ ਅਰਥ ਆ ਸੋਹਣੇ ਲੱਗਣਾ, ਅਤੇ ਬੁੱਸਦੇ ਦਾ ਅਰਥ ਹੈ ਬੇ ਹੋ ਕੇ ਬੋ ਮਾਰਦੇ। ਜਿਸ ਤਰ੍ਹਾਂ ਅਸੀਂ ਕਈ ਵਾਰ ਪਾਣੀ ਨੂੰ ਬਾਲਟੀ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਥੋੜ੍ਹੀ ਦੇਰ 1-2 ਦਿਨ ਪਿਆ ਰਹਿਣ ਦੀਏ ਤਾਂ ਉਹ ਥੱਲੇ ਉਹਦੇ ਪਣਾ ਜੰਮ ਜਾਂਦਾ ਅਤੇ ਉਹਦੇ ਵਿੱਚੋਂ ਸਮੈਲ ਆਉਣ ਲੱਗ ਪੈਂਦੀ ਹੈ, ਬੋ ਆਉਣ ਲੱਗ ਪੈਂਦੀ ਹੈ। ਇਸ ਨੂੰ ਕਹਿੰਦੇ ਬੁੱਸਣਾ, ਪਾਣੀ ਦਾ ਬੁੱਸਣਾ। ਬੁੱਸ ਗਿਆ ਪਾਣੀ, ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਇਸ ਕਰਕੇ ਕਵੀ ਨੇ ਇਹਦਾ ਵਿੱਚ ਚਿੱਤਰ ਪੇਸ਼ ਕੀਤਾ ਕਿ ਪਾਣੀ ਜੇਕਰ ਖਲੋ ਜਾਣਗੇ ਤਾਂ ਉਹ ਬੁੱਸ ਜਾਣਗੇ, ਜੇਕਰ ਇਹ ਖੜ੍ਹੇ ਹੋ ਜਾਣ, ਪਾਣੀ ਖੜ੍ਹਾ ਹੋ ਜਾਵੇ ਤਾਂ ਇਹਨਾਂ ਵਿੱਚ ਵੱਖਰੀ ਵੱਖਰੀ ਕਿਸਮ ਦੇ ਵਿਕਾਰ ਪੈਦਾ ਹੋ ਜਾਂਦੇ ਹਨ ਅਤੇ ਬੋ ਮਾਰਨ ਲੱਗ ਪੈਂਦੇ ਹਨ। ਇਸ ਕਰਕੇ ਇਹ ਪਾਣੀ ਵਗਦੇ ਹੀ ਰਹਿਣੇ ਚਾਹੀਦੇ ਹਨ। ਕਵੀ ਦੇ ਕਹਿਣ ਦਾ ਭਾਵ ਹੈ ਕਿ ਮਨੁੱਖੀ ਜ਼ਿੰਦਗੀ ਵਿੱਚ ਦੁੱਖ ਸੁੱਖ, ਜਿੱਤ ਹਾਰ, ਸੰਘਰਸ਼ ਅਤੇ ਉਥਲ ਪੁਥਲ ਮੱਚੀ ਹੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਇਸ ਦੀ ਨਿਰੰਤਰ ਸਜੀਵਤਾ ਅਤੇ ਵਿਕਾਸ ਦੀ ਨਿਸ਼ਾਨੀ ਹੈ। ਜੇਕਰ ਇਸ ਵਿੱਚ ਇਹ ਚੀਜ਼ਾਂ ਨਾ ਹੋਣ ਤਾਂ ਇਸ ਦੀ ਹਾਲਤ ਖੜ੍ਹੇ ਪਾਣੀ ਵਾਲੀ ਹੋ ਜਾਵੇਗੀ, ਜੋ ਗੰਦਾ ਹੋ ਜਾਵੇਗਾ। ਉਸ ਦਾ ਕੋਈ ਸੁਹੱਪਣ ਨਹੀਂ ਰਹੇਗਾ ਅਤੇ ਉਹ ਸੜਾਂਦ ਮਾਰਨ ਲੱਗ ਪਵੇਗਾ, ਜੋ ਕਿ ਵਿਕਾਰ ਅਤੇ ਮੌਤ ਦੀ ਨਿਸ਼ਾਨੀ ਹੈ। ਇਹ ਅਸੀਂ ਪਹਿਲਾ ਕਾਵਿ ਟੋਟਾ ਪ੍ਰਸੰਗ ਸਹਿਤ ਵਿਆਖਿਆ ਕੀਤੀ। ਦੂਸਰਾ ਕਾਵਿ ਟੋਟਾ ਵੇਖੋ। ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜੀਂਦੀਆਂ ਨੇ, ਵਿਛੜਿਆਂ ਮਰਦੀਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ। ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ, ਇਹ ਪ੍ਰਸੰਗ ਬੱਚੇ ਵੇਖੋ। ਇਸੇ ਤਰ੍ਹਾਂ ਅਸੀਂ ਕਵਿਤਾ ਦਾ ਨਾਂ, ਕਿਤਾਬ ਦਾ ਨਾਂ ਅਤੇ ਕਵੀ ਦੇ ਨਾਂ ਨੂੰ ਕੌਮਿਆਂ ਵਿੱਚ ਲਿਖ ਦੇਣਾ। ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਪਾਣੀ ਦੇ ਲਗਾਤਾਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ, ਕਿਉਂਕਿ ਉਹ ਇਸ ਦੀ ਲਗਾਤਾਰਤਾ ਵਿੱਚ ਹੀ ਇਸ ਦੀ ਤਾਜ਼ਗੀ ਅਤੇ ਇਸ ਦੀ ਤਰੱਕੀ ਵੇਖਦਾ ਹੈ। ਇਹ ਜਿਹੜੀਆਂ ਸਤਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਵਿਆਖਿਆ ਕਰਨ ਜਾ ਰਹੇ ਹਾਂ, ਕਵੀ ਕਾਮਨਾ ਕਰਦਾ ਹੈ ਕਿ ਮਨੁੱਖ ਆਪਸ ਵਿੱਚ ਇਸੇ ਤਰ੍ਹਾਂ ਇੱਕਮਿਕ ਰਹਿਣ, ਇਕਮੁੱਠ ਹੋ ਕੇ ਰਹਿਣ, ਜਿਸ ਤਰ੍ਹਾਂ ਵਗਦੇ ਪਾਣੀ ਆਪਸ ਵਿੱਚ ਇੱਕਮਿਕ ਹੋ ਕੇ ਰਹਿੰਦੇ ਹਨ। ਅਤੇ ਹੁਣ ਇਹਦਾ ਸਰਲ ਅਰਥ ਕਰਦੇ ਹਾਂ। ਕਵੀ ਕਹਿੰਦਾ ਹੈ ਕਿ ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਮਿਲ ਕੇ ਇਸ ਤਰ੍ਹਾਂ ਇੱਕਮਿਕ ਹੋਈਆਂ ਰਹਿਣੀਆਂ ਚਾਹੀਦੀਆਂ ਹਨ, ਜਿਸ ਤਰ੍ਹਾਂ ਵਗਦੇ ਪਾਣੀ ਆਪਸ ਵਿੱਚ ਇੱਕਮਿਕ ਹੋਏ ਰਹਿੰਦੇ ਹਨ। ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਇੱਕ ਹੋ ਕੇ ਰਹਿਣਗੀਆਂ ਤਾਂ ਹੀ ਸਹੀ ਅਰਥਾਂ ਵਿੱਚ ਜਿਉਂਦੀਆਂ ਰਹਿ ਸਕਦੀਆਂ ਹਨ। ਉਹ ਇੱਕ ਦੂਜੀ ਤੋਂ ਵਿਛੜ ਕੇ ਅਲੱਗ ਹੋਈਆਂ ਟੁੱਟ ਜਾਣਗੀਆਂ, ਜੋ ਕਿ ਉਹਨਾਂ ਦੀ ਇੱਕ ਤਰ੍ਹਾਂ ਦੀ ਮੌਤ ਹੁੰਦੀ ਹੈ। ਇਸ ਕਰਕੇ ਮਨੁੱਖੀ ਜ਼ਿੰਦੜੀਆਂ ਇੱਕਮਿਕ ਹੀ ਹੋਈਆਂ ਰਹਿਣੀਆਂ ਚਾਹੀਦੀਆਂ ਹਨ।
ਇਸ ਕਾਵਿ ਟੋਟੇ ਦੇ ਵਿੱਚ ਕਵੀ ਨੇ ਇਕੱਤਰ ਹੋ ਕੇ ਰਹਿਣ ਦਾ ਸੁਨੇਹਾ ਦਿੱਤਾ ਹੈ ਕਿ ਸਾਨੂੰ ਪਾਣੀ ਦੀ ਤਰ੍ਹਾਂ ਹੀ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ। ਅਗਲਾ ਵੇਖੋ ਬੱਚਿਓ, ਕਾਵਿ ਟੋਟਾ ਰੂਹਾਂ ਉੱਡਦੀਆਂ ਹੀ ਰਹਿਣ ਕਿ ਇਹ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ। ਪਿਆਰੇ ਬੱਚਿਓ, ਜਦੋਂ ਵੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਵੇ ਤਾਂ ਹਮੇਸ਼ਾ ਸਾਰੇ ਦੇ ਸਾਰੇ ਕਾਵਿ ਟੋਟੇ ਨੂੰ ਪੜ੍ਹਨਾ ਤੇ ਇਸ ਪੜ੍ਹਾਈ ਤੋਂ ਪਿੱਛੋਂ ਇਸ ਕਾਵਿ ਟੋਟੇ ਨੂੰ ਵਾਰਤਕ ਰੂਪ ਦੇਣਾ ਸਾਂਝੇ ਦੇ ਤੌਰ ਤੇ। ਇਹ ਨਹੀਂ ਕਿ ਇੱਕ ਇੱਕ ਪੰਕਤੀ ਪੜ੍ਹ ਕੇ ਉਸ ਦੇ ਅਰਥ ਕਰਨੇ, ਇਹ ਤਰੀਕਾ ਨਹੀਂ ਹੁੰਦਾ ਪ੍ਰਸੰਗ ਸਹਿਤ ਵਿਆਖਿਆ ਕਰਨ ਦਾ ਜਾਂ ਸਰਲ ਅਰਥ ਕਰਨ ਦਾ। ਤਰੀਕਾ ਇਹੋ ਹੀ ਹੁੰਦਾ ਕਿ ਸਾਰੇ ਕਾਵਿ ਟੋਟੇ ਨੂੰ ਪੜ੍ਹ ਕੇ ਫਿਰ ਉਸ ਦਾ ਵਾਰਤਕ ਰੂਪ ਆਪਣੇ ਸ਼ਬਦਾਂ ਵਿੱਚ ਲਿਖਣਾ। ਹੁਣ ਅਸੀਂ ਕਾਵਿ ਟੋਟਾ ਪੜ੍ਹਿਆ ਤੇ ਇਹਦੀ ਪ੍ਰਸੰਗ ਇਸ ਤਰ੍ਹਾਂ ਲਿਖਾਂਗੇ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਪਾਣੀ ਦੇ ਨਿਰੰਤਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ, ਕਿਉਂਕਿ ਉਹ ਇਸ ਦੀ ਨਿਰੰਤਰਤਾ ਵਿੱਚ ਹੀ ਇਸ ਦੀ ਤਾਜ਼ਗੀ ਤੇ ਤਰੱਕੀ ਦੇਖਦਾ ਹੈ। ਇਹ ਜਿਹੜੀਆਂ ਸਤਰਾਂ ਸੀ, ਇਸ ਵਿੱਚ ਕਵੀ ਕਾਮਨਾ ਕਰਦਾ ਹੈ, ਇੱਛਾ ਰੱਖਦਾ ਹੈ ਕਿ ਮਨੁੱਖ ਦੇ ਜਿਹੜੀਆਂ ਰੂਹਾਂ ਵਾ ਉਹ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਹੀ ਲੱਗੀਆਂ ਰਹਿਣ। ਭਾਵ ਕਿ ਇਸ ਕਵਿਤਾ ਦੇ ਵਿੱਚ, ਇਸ ਸਤਰਾਂ ਦੇ ਵਿੱਚ ਕਵੀ ਨੇ ਮਨੁੱਖ ਨੂੰ ਉੱਚੀ ਸੋਚ ਰੱਖਣ ਦਾ ਸੁਨੇਹਾ ਦਿੱਤਾ ਹੈ। ਆਓ ਸਰਲ ਅਰਥ ਕਰਦੇ ਹੁਣ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ ਇਸ ਕਾਵਿ ਟੋਟੇ ਵਿੱਚ ਕਹਿੰਦੇ ਹਨ ਕਿ ਮਨੁੱਖੀ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਹੀ ਲੱਗੀਆਂ ਰਹਿਣ। ਉੱਚੀ ਸੋਚ ਹੀ ਮਨੁੱਖ ਰੱਖੇ। ਉੱਚੀਆਂ ਉਡਾਰੀਆਂ ਮਾਰਨ ਨਾਲ ਉਹ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਕਰਦਿਆਂ ਵਿਕਾਸ ਦੇ ਅਗਲੇ ਪੜਾਅ ਪਾਰ ਕਰਦੀਆਂ ਹਨ। ਜੇਕਰ ਉਹ ਉੱਚੀਆਂ ਉਡਾਰੀਆਂ ਦੇ ਯਤਨ ਕਰਨ ਤੋਂ ਰੁਕ ਜਾਣ ਤਾਂ ਉਹ ਗਿਰਾਵਟ ਦੀ ਡੂੰਘੀ ਖੱਡ ਵਿੱਚ ਜਾ ਡਿੱਗਦੀਆਂ ਹਨ। ਇਸ ਕਰਕੇ ਕਵੀ ਮੁੜ ਮੁੜ ਕੇ ਇਹੋ ਕਾਮਨਾ ਕਰਦਾ ਹੈ ਕਿ ਮਨੁੱਖੀ ਰੂਹਾਂ ਉੱਚੇ ਨਿਸ਼ਾਨੇ ਦੀ ਪ੍ਰਾਪਤੀ ਲਈ ਉਡਾਰੀਆਂ ਮਾਰਦੀਆਂ ਹੀ ਰਹਿਣ। ਇਸ ਕਾਵਿ ਟੋਟੇ ਦੇ ਵਿੱਚ ਕਵੀ ਨੇ ਮਨੁੱਖ ਨੂੰ ਉੱਚੇ ਸੁਪਨੇ ਦੇਖਣ ਦੇ ਲਈ ਪ੍ਰੇਰਿਤ ਕੀਤਾ ਹੈ ਕਿ ਜੇਕਰ ਉਹ ਉੱਚੇ ਸੁਪਨੇ ਵੇਖੇਗਾ ਤਾਂ ਹੀ ਉਹਨਾਂ ਉੱਚੇ ਸੁਪਨਿਆਂ ਨੂੰ ਪਾਉਣ ਲਈ ਉਹ ਯਤਨ ਕਰੇਗਾ, ਤੇ ਜੇਕਰ ਉਹ ਸੁਪਨੇ ਹੀ ਨਹੀਂ ਦੇਖੇਗਾ ਤਾਂ ਉਹ ਇਹਨਾਂ ਪ੍ਰਾਪਤੀਆਂ ਦੇ ਵਾਸਤੇ ਯਤਨ ਵੀ ਨਹੀਂ ਕਰੇਗਾ ਤੇ ਬਹੁਤ ਥੱਲੇ ਡਿੱਗ ਜਾਵੇਗਾ। ਤਰੱਕੀ ਦਾ ਰਾਹ ਉਸ ਵਾਸਤੇ ਬੰਦ ਹੋ ਜਾਵੇਗਾ। ਇਸ ਕਰਕੇ ਇਸ ਕਾਵਿ ਟੋਟੇ ਦੇ ਵਿੱਚ ਕਵੀ ਨੇ ਮਨੁੱਖ ਨੂੰ ਬੁਲੰਦੀਆਂ ਵੱਲ ਜਾਣ ਦਾ ਸੁਨੇਹਾ ਦਿੱਤਾ ਹੈ। ਅਗਲਾ ਵੇਖੋ ਕਾਵਿ ਟੋਟਾ, ਤੇ ਮੈਂ ਟੁਰਦਾ ਹੀ ਰਹਾਂ ਕਿ ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਨਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾਂ। ਇਸ ਕਾਵਿ ਟੋਟੇ ਦੇ ਵਿੱਚ ਕਵੀ ਨੇ ਪ੍ਰਸੰਗ ਇਹਦਾ ਇਸ ਤਰ੍ਹਾਂ ਹੀ ਲੈ ਸਕਦੇ ਹਾਂ ਕਿ ਇਹ ਸਾਡਾ ਜਿਹੜਾ ਕਾਵਿ ਟੋਟਾ ਵਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਜ਼ਿੰਦਗੀ ਦੇ ਪਾਣੀ ਦੇ ਲਗਾਤਾਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ, ਕਿਉਂਕਿ ਉਹ ਇਸ ਦੇ ਲਗਾਤਾਰਤਾ ਵਿੱਚ ਹੀ ਇਸ ਦੀ ਤਾਜ਼ਗੀ ਤੇ ਤਰੱਕੀ ਹੁੰਦੀ ਦੇਖਦਾ ਹੈ। ਇਹ ਜਿਹੜੀਆਂ ਸਤਰਾਂ ਵਾ ਇਹਨਾਂ ਵਿੱਚ ਕਵੀ ਆਪਣੇ ਲਈ ਕਾਮਨਾ ਕਰਦਾ ਹੈ ਕਿ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਉਹ ਹਮੇਸ਼ਾ ਤੁਰਦਾ ਹੀ ਰਹੇ। ਤੇ ਹੁਣ ਇਹਦੇ ਸਰਲ ਅਰਥ ਕਰਦੇ ਹਾਂ। ਕਵੀ ਆਪਣੇ ਲਈ ਕਾਮਨਾ ਇਹ ਰੱਖਦਾ ਹੈ ਕਿ ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਹਮੇਸ਼ਾ ਤੁਰਦਾ ਹੀ ਰਹੇ।
ਕਿਉਂਕਿ ਤੁਰਨ ਨਾਲ ਹੀ ਉਹ ਅੱਗੇ ਵਧਦਾ ਰਹਿ ਸਕਦਾ ਹੈ। ਉਹ ਕਦੇ ਵੀ ਰੁਕਣਾ ਨਹੀਂ ਚਾਹੁੰਦਾ, ਕਿਉਂਕਿ ਰੁਕਣ ਨਾਲ ਉਸ ਦਾ ਵਿਕਾਸ ਨਹੀਂ ਹੁੰਦਾ, ਸਗੋਂ ਉਹ ਪਤਨ ਵੱਲ ਚਲਾ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਕੋਈ ਵਾਧਾ ਨਹੀਂ ਹੁੰਦਾ, ਸਗੋਂ ਉਸ ਦਾ ਘਟਾਓ ਹੁੰਦਾ ਹੈ। ਇਸ ਕਰਕੇ ਉਹ ਵਾਰ-ਵਾਰ ਇਹੋ ਹੀ ਇੱਛਾ ਰੱਖਦਾ ਹੈ ਕਿ ਉਹ ਆਪਣੀ ਮੰਜ਼ਿਲ ਵੱਲ ਹਮੇਸ਼ਾ ਤੁਰਦਾ ਹੀ ਰਹੇ, ਵੱਧਦਾ ਹੀ ਰਹੇ, ਪਹੁੰਚਣ ਦੇ ਲਈ ਕੋਸ਼ਿਸ਼ ਕਰਦਾ ਹੀ ਰਹੇ, ਤਾਂ ਹੀ ਉਹ ਆਪਣੀ ਮੰਜ਼ਿਲ ਨੂੰ ਪਾ ਸਕੇਗਾ। ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਨਾਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ ਦੀ ਕਵਿਤਾ ਵਗਦੇ ਪਾਣੀ ਸਾਂਝੀ ਕੀਤੀ। ਇਹ ਜਿਹੜੀ ਕਵਿਤਾ ਵਾ ਬਹੁਤ ਹੀ ਪ੍ਰੇਰਨਾਦਾਇਕ ਕਵਿਤਾ ਵਾ, ਮਨੁੱਖ ਦੀ ਸੋਚ ਨੂੰ ਅੱਗੇ ਲਿਜਾਣ ਵਾਲੀ ਕਵਿਤਾ ਵਾ, ਉਸ ਨੂੰ ਅੱਗੇ ਵਧਣ ਦੇ ਵਾਸਤੇ ਉਤਸ਼ਾਹਿਤ ਕਰਨ ਵਾਲੀ ਕਵਿਤਾ ਵਾ। ਕਵੀ ਨੇ ਇਸ ਕਵਿਤਾ ਦੇ ਵਿੱਚ ਪਾਣੀ ਦੇ ਵਹਾਅ ਦੀ ਤਰ੍ਹਾਂ ਜ਼ਿੰਦਗੀ ਦੇ ਵਹਾਅ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ ਕਿ ਜੇਕਰ ਪਾਣੀ ਕਦੀ ਨਹੀਂ ਰੁਕਦਾ, ਉਹ ਵਗਦਾ ਹੀ ਰਹਿੰਦਾ ਵਾ। ਇਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਸੰਘਰਸ਼ਾਂ ਨੂੰ ਚੱਲਦੇ ਹੋਏ ਅੱਗੇ ਚੱਲਦੇ ਹੀ ਰਹਿਣਾ ਚਾਹੀਦਾ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਜੇਕਰ ਅਸੀਂ ਕਵਾਂਗੇ ਤਾਂ ਕੇਂਦਰੀ ਭਾਵ ਇਹ ਹੋਵੇਗਾ ਕਿ ਇਸ ਕਵਿਤਾ ਦੇ ਵਿੱਚ ਜ਼ਿੰਦਗੀ ਦੇ ਪਾਣੀ ਨੂੰ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਚੱਲਦੇ ਰਹਿਣ ਵਿੱਚ ਤਾਜ਼ਗੀ ਆ, ਤਰੱਕੀ ਹੈ। ਇਹ ਸੁਨੇਹਾ ਜਿਹੜਾ ਕਵੀ ਨੇ ਦਿੱਤਾ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਮਨੁੱਖ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਬਹੁਤ ਹੀ ਆਸ਼ਾਵਾਦੀ ਢੰਗ ਨਾਲ ਜਿਉਣ ਦੀ ਸਲਾਹ ਦਿੱਤੀ ਹੈ ਅਤੇ ਆਪਣੀ ਮੰਜ਼ਿਲ ਕੋਈ ਮਿਥਣ ਵਾਸਤੇ ਮਨੁੱਖ ਨੂੰ ਪ੍ਰੇਰਿਆ ਅਤੇ ਫਿਰ ਉਸ ਮੰਜ਼ਿਲ ਨੂੰ ਪਾਉਣ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਅਤੇ ਉਡਾਰੀਆਂ ਮਾਰਦੇ ਅਤੇ ਭਰਦੇ ਰਹਿਣ ਦੇ ਲਈ ਮਨੁੱਖ ਨੂੰ ਪ੍ਰੇਰਿਆ ਹੈ। ਇਹ ਇਸ ਦਾ ਕੇਂਦਰੀ ਭਾਵ ਹੈ। ਅਤੇ ਬੱਚਿਓ, ਤੁਹਾਨੂੰ ਇਸ ਕਵਿਤਾ ਦੇ ਵਿੱਚ ਕੇਂਦਰੀ ਭਾਵ ਤੋਂ ਇਲਾਵਾ ਜਿਹੜੀ ਆ ਇਹਦੇ ਵਸਤੂਨਿਸ਼ਟ ਪ੍ਰਸ਼ਨ ਵੀ ਆਉਣਗੇ। ਉਹ ਵੇਖੋ ਕਿ ਇਸ ਪਾਠ ਪੁਸਤਕ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਹੜੀ ਕਵਿਤਾ ਹੈ। ਇਸ ਤਰ੍ਹਾਂ ਪ੍ਰਸ਼ਨ ਆ ਸਕਦਾ ਕਿ ਵਗਦੇ ਪਾਣੀ ਆ, ਮੇਰਾ ਬਚਪਨ ਵਾ, ਐਵੇਂ ਨਾ ਬੁੱਤਾਂ 'ਤੇ ਡੋਲੀ ਜਾ ਪਾਣੀ, ਤਾਜ ਮਹਿਲ, ਜਾਂ ਕੋਈ ਵੀ ਕਵਿਤਾ ਦੇ ਨਾਂ ਦਿੱਤੇ ਹੋਣਗੇ ਤਾਂ ਤੁਸੀਂ ਉੱਤਰ ਕੀ ਦੇਣਾ? ਵਗਦੇ ਪਾਣੀ। ਜਾਂ ਇਹ ਪ੍ਰਸ਼ਨ ਇਸ ਤਰ੍ਹਾਂ ਆ ਸਕਦਾ ਕਿ ਵਗਦੇ ਪਾਣੀ ਕਵਿਤਾ ਦਾ ਕਵੀ ਕੌਣ ਹੈ। ਤੁਹਾਨੂੰ ਮਲਟੀਪਲ ਚੋਇਸ ਆ ਜਾਏਗੀ, ਬਹੁਤ ਉੱਤਰ ਜਿਹੜੇ ਹੁੰਦੇ ਆ ਉਹ ਆ ਜਾਣਗੇ ਅਤੇ ਉਹਨਾਂ ਦੇ ਵਿੱਚੋਂ ਤੁਸੀਂ ਕਵੀ ਚੁਣਨਾ। ਇਸ ਸਭ ਵਾਸਤੇ ਬੱਚਿਓ ਬਹੁਤ ਜ਼ਰੂਰੀ ਆ ਕਿ ਤੁਸੀਂ ਕਵਿਤਾ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਹੋਵੇ, ਧਿਆਨ ਨਾਲ ਸੁਣਿਆ ਹੋਵੇ ਅਤੇ ਕੁਦਰਤੀ ਤੌਰ 'ਤੇ ਆ ਕਿ ਉਸ ਜਿਹੜੀ ਕਵਿਤਾ ਵਾ ਉਸ ਦੇ ਕਵੀ ਦਾ ਨਾਂ ਤੁਹਾਨੂੰ ਯਾਦ ਰਹੇਗਾ। ਇਸ ਨੂੰ ਯਾਦ ਰੱਖਣ ਦੇ ਵਾਸਤੇ, ਕਵੀ ਦਾ ਨਾਂ ਯਾਦ ਰੱਖਣ ਵਾਸਤੇ ਤੁਸੀਂ ਜਿਸ ਤਰ੍ਹਾਂ ਵਗਦੇ ਪਾਣੀ ਆ ਅਤੇ ਇਸ ਦਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਇਹ ਧਿਆਨ ਵਿੱਚ ਰੱਖ ਕੇ ਤੁਸੀਂ ਨਾਂ ਯਾਦ ਕਰ ਸਕਦੇ ਜੇ। ਜੇਕਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹਨਾਂ ਦੇ ਮਗਰ ਪਾਣੀ ਲੱਗਦਾ ਅਤੇ ਵਗਦੇ ਪਾਣੀ ਦੇ ਮਗਰ ਵੀ ਪਾਣੀ ਲੱਗਦਾ। ਇਸ ਤਰ੍ਹਾਂ ਤੁਹਾਨੂੰ ਇਹ ਜਿਹੜੀ ਕਵਿਤਾ ਦੇ ਕਵੀ ਦਾ ਨਾਂ ਕਦੀ ਵੀ ਨਹੀਂ ਭੁੱਲੇਗਾ। ਅਤੇ ਤੁਹਾਡਾ ਉੱਤਰ ਹੋਏਗਾ ਕਿ ਇਸ ਦੇ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਖੜਾ ਪਾਣੀ ਜੇ ਰਵੇ ਅਤੇ ਉਸ ਨਾਲ ਕੀ ਵਾਪਰਦਾ ਹੈ? ਕੀ ਹੁੰਦਾ ਉਸ ਪਾਣੀ ਨਾਲ? ਉਹ ਪਾਣੀ ਬੁੱਸ ਜਾਂਦਾ ਹੈ, ਉਹ ਪਾਣੀ ਬੇਹਾ ਹੋ ਜਾਂਦਾ ਹੈ, ਉਸ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਅੱਗੇ ਵੇਖੋ, ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜਿੰਦਾਂ ਮਰ ਜਾਂਦੀਆਂ ਹਨ। ਇਹ ਕਥਨ ਸਹੀ ਹੈ ਜਾਂ ਗਲਤ ਹੈ? ਇਹ ਬਿਲਕੁਲ ਸਹੀ ਹੈ। ਜੇਕਰ ਅਸੀਂ ਦੂਰੀਆਂ ਵਧਾ ਦੇਵਾਂਗੇ ਤਾਂ ਸਾਡੀਆਂ ਜਿਹੜੀਆਂ ਰੂਹਾਂ ਇੱਕ ਦੂਜੇ ਤੋਂ ਦੂਰ ਹੋ ਜਾਣਗੀਆਂ। ਬਿਲਕੁਲ ਸਹੀ ਆ। ਰੂਹਾਂ ਅਟਕਣ ਨਾਲ ਡਿੱਗਦੀਆਂ ਨਹੀਂ। ਹਾਂ ਜਾਂ ਨਾ ਵਿੱਚ ਉੱਤਰ ਦਿਓ। ਹਾਂ, ਇਹਦਾ ਉੱਤਰ ਕੀ ਆ? ਹਾਂ। ਅੱਗੇ ਵੇਖੋ, ਖਾਲੀ ਥਾਵਾਂ ਭਰਨ ਲਈ ਵੀ ਆ ਸਕਦੀਆਂ ਕਿ ਟੁਰਿਆਂ ਖਾਲੀ ਥਾਂ ਹਾਂ।
ਇੱਥੇ ਕੀ ਆਏਗਾ? ਵੱਧਦਾ ਹਾਂ। ਖਲੋਇਆਂ ਖਾਲੀ ਥਾਂ ਹਾਂ, ਘਟਦਾ ਹਾਂ। ਇਸ ਤਰ੍ਹਾਂ ਖਾਲੀ ਥਾਵਾਂ ਤੁਹਾਨੂੰ ਭਰਨੀਆਂ ਆਉਣਗੀਆਂ ਤੇ ਤੁਸੀਂ ਉਸ ਕਵਿਤਾ ਨੂੰ ਜੇਕਰ ਲੈਅਬੱਧ ਤਰੀਕੇ ਨਾਲ 1-2 ਵਾਰਾਂ ਪੜ੍ਹਿਆ ਹੋਵੇਗਾ, ਤੁਹਾਨੂੰ ਇਸ ਦੀਆਂ ਜਿਹੜੀਆਂ ਪੰਕਤੀਆਂ ਵਾ ਉਹ ਯਾਦ ਹੋ ਜਾਂਦੀਆਂ। ਫਿਰ ਤੁਸੀਂ ਆਸਾਨੀ ਦੇ ਨਾਲ ਕੋਈ ਵੀ ਖਾਲੀ ਥਾਂ ਕਵਿਤਾ ਦੇ ਵਿੱਚੋਂ ਆ ਜੇ ਤਾਂ ਤੁਸੀਂ ਉਹਨੂੰ ਭਰ ਸਕਦੇ ਹੋ। ਫਿਰ ਵੇਖੋ ਕਿ ਵਗਦੇ ਪਾਣੀ ਕਵਿਤਾ ਵਿੱਚ ਕਿਹੜਾ ਭਾਵ ਪ੍ਰਬਲ ਰੂਪ ਵਿੱਚ ਪ੍ਰਗਟ ਹੋਇਆ ਹੈ? ਗਤੀਸ਼ੀਲ ਜੀਵਨ ਦਾ, ਰੋਮਾਂਚਿਕ ਜੀਵਨ ਦਾ, ਕੁਦਰਤੀ ਜੀਵਨ ਦਾ ਕਿ ਨਿੱਜੀ ਜੀਵਨ ਦਾ? ਇਹ ਤੁਸੀਂ ਕਵਿਤਾ ਨੂੰ ਧਿਆਨ ਨਾਲ ਆਪਣੇ ਮਨ ਦੇ ਵਿੱਚ ਸੋਚੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਇਹਦੇ ਵਿੱਚੋਂ ਸਹੀ ਕਿਹੜਾ ਵਾ? ਗਤੀਸ਼ੀਲ ਜੀਵਨ ਦਾ। ਪਿਆਰੇ ਬੱਚਿਓ, ਇਸ ਕਵਿਤਾ ਦੇ ਵਿੱਚ ਕਵੀ ਨੇ ਸੁਨੇਹਾ ਕੀ ਦਿੱਤਾ? ਇਹ ਪ੍ਰਸ਼ਨ ਆਉਂਦਾ ਤੇ ਤੁਸੀਂ ਇਸ ਦੇ ਵਿੱਚੋਂ ਉੱਤਰ ਇਹ ਦਿਓਗੇ ਕਿ ਇਸ ਕਵਿਤਾ ਦੇ ਵਿੱਚ ਕਵੀ ਨੇ ਮਨੁੱਖ ਨੂੰ ਜ਼ਿੰਦਗੀ ਦੀ ਗਤੀਸ਼ੀਲਤਾ ਨੂੰ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਹੈ। ਇਸ ਵਿੱਚ ਕਵੀ ਨੇ ਮਨੁੱਖ ਨੂੰ ਕਿਹਾ ਕਿ ਉਹ ਉਡਾਰੀਆਂ ਭਰਨ ਦੇ ਲਈ ਕਲਪਨਾ ਕਰੇ ਤੇ ਫਿਰ ਉਹਨਾਂ ਉਡਾਰੀਆਂ ਨੂੰ ਸਫਲਤਾ ਵਿੱਚ ਬਦਲਣ ਲਈ ਲਗਾਤਾਰ ਕੋਸ਼ਿਸ਼ ਕਰਦਾ ਰਹੇ। ਇਸ ਦੇ ਨਾਲ ਉਹਨਾਂ ਨੇ ਪਾਣੀ ਨੂੰ ਲੈ ਕੇ ਉਹਦੀ ਉਦਾਹਰਨ ਜ਼ਿੰਦਗੀ ਦੇ ਨਾਲ ਮਿਲੀ ਹੈ ਕਿ ਜਿਸ ਤਰ੍ਹਾਂ ਪਾਣੀ ਦਾ ਵਹਾਅ ਲਗਾਤਾਰ ਚੱਲਦਾ ਰਹਿੰਦਾ ਹੈ, ਕਦੀ ਨਹੀਂ ਰੁਕਦਾ, ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਸੰਘਰਸ਼ ਚੱਲਦੇ ਰਹਿੰਦੇ ਹਨ ਤੇ ਜੇਕਰ ਉਹ ਇੱਕ ਜਗ੍ਹਾ ਤੇ ਰੁਕ ਜੇ ਪਾਣੀ, ਉਹ ਬੁੱਸ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਜ਼ਿੰਦਗੀ ਰੁਕ ਜਾਵੇ ਤਾਂ ਉਹ ਬਿਨਾਂ ਕਿਸੇ ਮਕਸਦ ਤੋਂ, ਜਿਹਨੂੰ ਕਹਿ ਦਿੰਦੇ ਆ ਕਿ ਬੋਰ ਕਰਨ ਵਾਲੀ ਜ਼ਿੰਦਗੀ ਹੋ ਜਾਂਦੀ ਹੈ। ਇਸ ਕਰਕੇ ਮਨੁੱਖ ਨੂੰ ਅੱਗੇ ਵਧਦੇ ਹੀ ਰਹਿਣਾ ਚਾਹੀਦਾ ਹੈ ਤੇ ਅੱਗੇ ਵਧ ਕੇ ਹੀ ਤਰੱਕੀ ਹਾਸਲ ਹੁੰਦੀ ਹੈ। ਇਹ ਕਵੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਪਿਆਰੇ ਬੱਚਿਓ, ਖਾਸ ਤੌਰ ਦੇ ਉੱਤੇ ਤੁਸੀਂ ਕੋਈ ਵੀ ਜਦੋਂ ਕਵਿਤਾ ਪੜ੍ਹਦੇ ਜੇ, ਉਸ ਕਵਿਤਾ ਨੂੰ 1 ਵਾਰਾਂ 2 ਵਾਰਾਂ 3 ਵਾਰਾਂ ਤੁਸੀਂ ਉਹਦਾ ਉਚਾਰਨ ਕਰੋ। ਪੜ੍ਹਦਿਆਂ ਹੀ ਤੁਹਾਨੂੰ ਨਾਲੇ ਤਾਂ ਉਸ ਦੀਆਂ ਪੰਕਤੀਆਂ ਯਾਦ ਹੋ ਜਾਂਦੀਆਂ, ਨਾਲੇ ਤੁਹਾਨੂੰ ਉਸ ਦੇ ਵਿੱਚ ਕਵੀ ਕੀ ਸੁਨੇਹਾ ਦੇਣਾ ਚਾਹੁੰਦਾ, ਕੀ ਸਮਾਜ ਨੂੰ ਸੇਧ ਦੇਣਾ ਚਾਹੁੰਦਾ, ਉਹ ਤੁਹਾਨੂੰ ਸਮਝ ਲੱਗ ਜਾਂਦੀ ਆ। ਜਾਣੀ ਕਿ ਕੇਂਦਰੀ ਭਾਵ ਉਸ ਕਵਿਤਾ ਦਾ ਕੀ ਆ, ਇਹ ਤੁਹਾਨੂੰ ਪਤਾ ਲੱਗ ਜਾਂਦਾ ਤੇ ਤੁਸੀਂ ਉਸ ਕਵਿਤਾ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਜੇ ਤੇ ਜਾਣ ਸਕਦੇ ਜੇ। ਹੁਣ ਅੱਗੇ ਪ੍ਰਸ਼ਨ ਵੇਖੋ ਕਿ ਕਵੀ ਨੇ ਕਵਿਤਾ ਦਾ ਨਾਂ ਵਗਦੇ ਪਾਣੀ ਕਿਉਂ ਰੱਖਿਆ? ਇਸ ਦਾ ਉੱਤਰ ਤੁਸੀਂ ਦਿਓਗੇ ਕਿ ਕਿਉਂਕਿ ਕਵੀ ਨੇ ਜ਼ਿੰਦਗੀ ਨੂੰ ਉਸ ਵਗਦੇ ਪਾਣੀ ਦੇ ਨਾਲ ਮੁਕਾਬਲਾ ਕਰਕੇ ਦਰਸਾਇਆ ਵਾ। ਇਸ ਕਰਕੇ ਉਸਨੇ ਇਸ ਕਵਿਤਾ ਦਾ ਨਾਂ ਵਗਦੇ ਪਾਣੀ ਰੱਖਿਆ ਕਿ ਜਿਸ ਤਰ੍ਹਾਂ ਜ਼ਿੰਦਗੀ ਨਹੀਂ ਰੁਕਦੀ, ਲਗਾਤਾਰ ਚੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਪਾਣੀ ਦਾ ਵਹਾਅ ਵੀ ਲਗਾਤਾਰ ਚੱਲਦਾ ਰਹਿੰਦਾ ਹੈ। ਜੇਕਰ ਪ੍ਰਸ਼ਨ ਆ ਜਾਂਦਾ ਕਿ ਕਵਿਤਾ ਦੇ ਵਿੱਚ ਪੰਕਤੀ ਆਈ ਜਿੰਦਾਂ ਮਿਲਦੀਆਂ ਹੀ ਰਹਿਣ ਕਿ ਮਿਲੀਆਂ ਜੀਂਦੀਆਂ ਨੇ, ਇਸ ਦੇ ਭਾਵ ਕੀ ਹਨ ਜਾਂ ਇਸ ਵਿੱਚ ਕਵੀ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ? ਇਸ ਪੰਕਤੀ ਦੇ ਵਿੱਚ ਕਵੀ ਨੇ ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਮਿਲ ਕੇ ਇੱਕਮਿਕ ਹੋ ਕੇ ਤੁਰਦੀਆਂ ਰਹਿਣ, ਪਾਣੀ ਦੀ ਤਰ੍ਹਾਂ, ਵਗਦੇ ਪਾਣੀ ਦੀ ਤਰ੍ਹਾਂ ਆਪਸ ਵਿੱਚ ਇਹਨਾਂ ਦੀ ਇੱਕਮਿਕਤਾ ਰਹੇ। ਇਹ ਸੁਨੇਹਾ ਦਿੱਤਾ ਹੈ ਕਿ ਜੇਕਰ ਇਹ ਮਿਲਦੀਆਂ ਰਹਿਣਗੀਆਂ ਤਾਂ ਇਹ ਜਿਉਂਦੀਆਂ ਰਹਿਣਗੀਆਂ। ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੂਹਾਂ ਕਵੀ ਨੇ ਕਿਹਨਾਂ ਨੂੰ ਕਿਹਾ? ਇਸ ਕਵਿਤਾ ਦੇ ਵਿੱਚ ਕਵੀ ਨੇ ਮਨੁੱਖ ਦੇ ਅੰਦਰ ਵਸਦੀਆਂ ਰੂਹਾਂ ਨੂੰ ਪੁਕਾਰਦੇ ਕਿਹਾ ਕਿ ਇਹ ਉਡਾਰੀਆਂ ਮਾਰਦੀਆਂ ਰਹਿਣ, ਇਹ ਉੱਡਦੀਆਂ ਰਹਿਣ, ਭਾਵ ਕਿ ਇਹ ਤਰੱਕੀ ਵੱਲ ਨੂੰ ਮਨੁੱਖ ਦੀ ਜਿਹੜੀ ਸੋਚ ਵਾ ਉਹ ਵੱਧਦੀ ਰਹੇ। ਇਹ ਬੜੀ ਪ੍ਰੇਰਨਾਦਾਇਕ ਗੱਲ ਉਹਨਾਂ ਨੇ ਇਸ ਪੰਕਤੀ ਦੇ ਵਿੱਚ ਕਹੀ ਕਿ ਜੇਕਰ ਇਹ
ਜਿਹੜੀ ਰੂਹ ਆ ਉਡਾਰੀ ਮਾਰੇਗੀ, ਉੱਚੀ ਜਾਵੇਗੀ, ਸੁਪਨਾ ਦੇਖੇਗੀ, ਤਾਂ ਹੀ ਇਹ ਜਿਹੜੀ ਰੂਹ ਆ ਤਰੱਕੀ ਨੂੰ ਪਾਵੇਗੀ। ਤੇ ਤਰੱਕੀ ਵੀ ਤਾਂ ਹੀ ਹੋਵੇਗੀ ਜੇਕਰ ਉਡਾਰੀ ਭਰਨ ਦਾ ਸੁਪਨਾ ਵੇਖਿਆ ਹੋਵੇਗਾ ਤੇ ਉਸ ਨੂੰ ਪ੍ਰਾਪਤ ਕਰਨ ਲਈ ਫਿਰ ਮਨੁੱਖ ਕੋਸ਼ਿਸ਼ ਕਰੇਗਾ। ਇਸ ਕਵਿਤਾ ਦੇ ਵਿੱਚ ਬੁੱਸਦੇ ਰਹਿਣਾ, ਪਾਣੀ ਦੇ ਬੁੱਸਦੇ ਰਹਿਣ ਦਾ ਜ਼ਿੰਦਗੀ ਨਾਲ ਕੀ ਸੰਬੰਧ ਹੈ? ਇਸ ਪ੍ਰਸ਼ਨ ਦਾ ਉੱਤਰ ਤੁਸੀਂ ਇਹ ਦਿਓਗੇ ਕਿ ਕਵੀ ਨੇ ਇਸ ਬੁੱਸਦੇ ਰਹਿਣ ਨੂੰ ਜ਼ਿੰਦਗੀ ਦੇ ਰੋਕ ਜਾਣ ਨਾਲ ਮੁਕਾਬਲਾ ਕੀਤਾ ਹੈ ਕਿ ਜਿਸ ਤਰ੍ਹਾਂ ਪਾਣੀ ਪਿਆ ਰਵੇ ਤਾਂ ਉਹ ਬੁੱਸ ਜਾਂਦਾ ਵਾ, ਬਦਬੂ ਮਾਰਨ ਲੱਗ ਜਾਂਦਾ ਵਾ, ਇਸੇ ਤਰ੍ਹਾਂ ਜੇਕਰ ਜ਼ਿੰਦਗੀ ਰੁਕ ਜਾਵੇ, ਜ਼ਿੰਦਗੀ ਦੇ ਵਿੱਚੋਂ ਉਸ ਨੂੰ ਜਿਉਣ ਦੀ ਜਾਂ ਕੁਛ ਪਾਉਣ ਦੀ ਖਾਹਿਸ਼ ਮੁੱਕ ਜਾਵੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਬੇਜਾਨ ਮਹਿਸੂਸ ਹੋਣ ਲੱਗ ਪੈਂਦੀ ਹੈ। ਪਾਣੀ ਬੁੱਸੇ ਦੀ ਤਰ੍ਹਾਂ ਜ਼ਿੰਦਗੀ ਵੀ ਬੁੱਸਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਨੁੱਖ ਨੂੰ ਉਹਨਾਂ ਨੇ ਸੁਨੇਹਾ ਦਿੱਤਾ ਕਿ ਆਪਣੇ ਆਪ ਨੂੰ ਬੁੱਸੇ ਪਾਣੀ ਦੀ ਤਰ੍ਹਾਂ ਨਾ ਖਿਲਾਰੋ, ਬਲਕਿ ਵਗਦੇ ਪਾਣੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਦਾ ਬਹਾਓ ਰੱਖੋ। ਕਵੀ ਨੇ ਅਖੀਰ ਵਿੱਚ ਕਵਿਤਾ ਦੇ ਮੈਂ ਟੁਰਦਾ ਹੀ ਰਹਾਂ ਕਿਹਾ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਆ ਕਿ ਕਵੀ ਨੇ ਜ਼ਿੰਦਗੀ ਨੂੰ ਤੁਰਦੇ ਰਹਿਣ ਦਾ ਸੁਨੇਹਾ ਦਿੱਤਾ ਤੇ ਉਸ ਜ਼ਿੰਦਗੀ ਦੇ ਨਾਲ ਆਪਣੇ ਆਪ ਨੂੰ ਵੀ ਆਸ਼ਾਵਾਦੀ ਢੰਗ ਨਾਲ ਤੁਰਦੇ ਰਹਿਣ ਦਾ ਸੁਨੇਹਾ ਉਹਨਾਂ ਨੇ ਆਪਣੀ ਰੂਹ ਨੂੰ ਦਿੱਤਾ ਕਿ ਮੈਂ ਵੀ ਕਾਮਨਾ ਕਰਦਾ ਹਾਂ ਕਿ ਮੈਂ ਵੀ ਆਪਣੀ ਮੰਜ਼ਿਲ ਵੱਲ ਹਮੇਸ਼ਾ ਹੀ ਤੁਰਦਾ ਰਹਾਂ ਤੇ ਆਪਣੀ ਜ਼ਿੰਦਗੀ ਦੇ ਕਾਮਿਆਂ ਉਹ ਕਾਮਯਾਬੀ ਤਹਿਤ ਕਰਦਾ ਰਹਾਂ। ਇਸ ਤਰ੍ਹਾਂ ਕਰਕੇ ਇਹ ਸਾਰੀ ਜਿਹੜੀ ਕਵਿਤਾ ਵਾ ਗਤੀਸ਼ੀਲਤਾ ਦਾ ਪ੍ਰਤੀਕ ਹੈ। ਇਸ ਵਿੱਚ ਕਵੀ ਨੇ ਗਤੀਸ਼ੀਲਤਾ ਨੂੰ ਪ੍ਰਗਟ ਕੀਤਾ ਹੈ। ਪਿਆਰੇ ਬੱਚਿਓ, ਹੁਣੇ ਆਪਾਂ ਤੁਹਾਡੇ ਨਾਲ ਵਗਦੇ ਪਾਣੀ ਕਵਿਤਾ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਸਾਂਝੀ ਕੀਤੀ ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਸੁਨੇਹਾ ਦਿੱਤਾ ਹੈ ਜ਼ਿੰਦਗੀ ਨੂੰ ਪਾਣੀ ਦੇ ਵਹਾਅ ਦੀ ਤਰ੍ਹਾਂ ਚਲਾਉਣਾ ਚਾਹੀਦਾ ਹੈ। ਹਰ ਤਰ੍ਹਾਂ ਦੀ ਮੁਸ਼ਕਲ ਜੋ ਕਿ ਜ਼ਿੰਦਗੀ ਵਿੱਚ ਆਉਂਦੀ ਹੈ ਉਸ ਦਾ ਸਾਹਮਣਾ ਕਰਨਾ ਚਾਹੀਦਾ ਤੇ ਬੁਲੰਦੀਆਂ ਵਾਲੀ ਸੋਚ ਜਾਂ ਸੁਪਨਾ ਰੱਖਣਾ ਚਾਹੀਦਾ ਤੇ ਫਿਰ ਅਜਿਹੇ ਸੁਪਨੇ ਨੂੰ ਪੂਰੇ ਕਰਨ ਦੇ ਵਾਸਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਤੇ ਕਦੀ ਵੀ ਨਹੀਂ ਰੁਕਣਾ ਚਾਹੀਦਾ, ਲਗਾਤਾਰ ਵਗਦੇ ਰਹਿਣਾ ਚਾਹੀਦਾ ਤੇ ਹਰ ਸੰਘਰਸ਼ ਮੁਸ਼ਕਲ ਦਾ ਸਾਹਮਣਾ ਕਰਦੇ ਰਹਿਣਾ ਚਾਹੀਦਾ। ਇਹ ਸੁਨੇਹਾ ਕਾਲੇ ਪਾਣੀ ਜੀ ਨੇ ਦਿੱਤਾ ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਕਵਿਤਾ ਦੇ ਸਰਲ ਅਰਥ, ਪ੍ਰਸੰਗ ਸਹਿਤ ਵਿਆਖਿਆ ਤੇ ਕੇਂਦਰੀ ਭਾਵ ਨੂੰ ਬੜੇ ਧਿਆਨ ਨਾਲ ਸਮਝਿਆ ਤੇ ਸੁਣਿਆ ਹੋਵੇਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਕਵਿਤਾ ਬੈਠ ਕੇ ਹੋਵੇਗੀ। ਧੰਨਵਾਦ।